ਦਿਲੋਂ ਮੁਹੱਬਤ ਜਿਨ ਸਿਈ ਸਚਿਆ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਵਿਸਰਿਆ ਜਿਨ ਨਾਮ ਤੇ ਭੁਏ ਭਾਰ ਥੀਏ। ਆਪ ਲੀਏ ਲੜ ਲਾਏ ਦਰ ਦਰਵੇਸ ਸੇ। ਤਿਨ ਧਨ ਜਣੇਂਦੀ ਮਾਉ ਆਏ ਸਫਲ ਸੇ। ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ। ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਪਲਤ ਦੇ ਰਾਖੇ, ਕਿਰਪਾ ਨਿਧਾਨ, ਜ਼ਾਹਰਾ ਜ਼ਹੂਰ, ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਸਰਵਰੇ ਕਾਇਨਾਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ, 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਸ਼ਬਦ ਗੁਰੂ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਦੇ ਅੰਦਰ ਸੁਭਾਏਮਾਨ ਸਤਿਕਾਰਯੋਗ ਗੁਰੂ ਰੂਪ, ਗੁਰੂ ਸਵਾਰੀ ਸਾਧ ਸੰਗਤ ਜੀ, ਸਭ ਬੜੇ ਵੱਡੇ ਭਾਗਾਂ ਵਾਲੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਕਿਰਪਾ, ਦਇਆ ਦ੍ਰਿਸ਼ਟੀ ਦੇ ਸਦਕਾ ਗੁਰੂ ਘਰ ਦੇ ਅੰਨ੍ਹਣ ਸੇਵਕ, ਸੇਵਾ ਅਤੇ ਨਿਮਰਤਾ ਦੇ ਪੁੰਜ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇਕਸ ਬਿਨ ਕੋਇ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸੋ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਜਟਾ ਦੀ ਸਮੂਹ ਸਾਧ ਸੰਗਤ ਨੇ ਮਿਲ ਕਰਕੇ ਇਲਾਕਾ ਨਿਵਾਸੀ ਸਾਧ ਸੰਗਤਾਂ ਦੇ ਸਹਿਯੋਗ ਨਾਲ ਇਹ ਜੋ ਮਹਾਨ ਗੁਰਮਤਿ ਸਮਾਗਮ ਉਲੀਕੇ ਹਨ, ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਹਰ ਜਸ ਗਾਇਨ ਕਰਨ ਦਾ, ਸਰਵਣ ਕਰਨ ਦਾ ਵਡਮੁੱਲਾ ਅਤੇ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੋ ਬੜੇ ਹੀ ਪਿਆਰ ਦੇ ਨਾਲ ਦਾਸ ਤੋਂ ਪਹਿਲਾਂ ਆਪ ਜੀ ਨੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਹੋਰਾਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਇਸੇ ਤਰ੍ਹਾਂ ਹੀ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਬਚਨ ਆਪ ਜੀ ਨੇ ਸਰਵਣ ਕੀਤੇ ਹਨ।
ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਹੋਏ ਇਹ ਬਚਨ ਸ਼ਲੋਕ 12 ਤੇ ਵਧੀਕ ਦੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਹੜੇ ਗੁਰਸਿੱਖਾਂ ਨੇ ਗੁਰੂ ਦਾ ਭਾਣਾ ਮੰਨਿਆ, ਗੁਰੂ ਦਾ ਹੁਕਮ ਮੰਨਿਆ, ਪੂਰਾ ਗੁਰੂ ਕਿਰਪਾ ਕਰਕੇ ਉਹਨਾਂ ਨੂੰ ਇਹ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਪਦੀ ਹੋਈ ਮਨੁੱਖਤਾ ਨੂੰ ਠਾਰਨ ਦੇ ਵਾਸਤੇ ਸੰਸਾਰ ਦੇ ਉੱਤੇ ਆਏ ਤੇ ਇਸ ਤਪਦੀ ਹੋਈ ਲੁਕਾਈ ਨੂੰ ਆਨੰਦ ਸਹਿਜ ਸੁਖ ਬਖਸ਼ਣ ਦੇ ਵਾਸਤੇ ਉਹਨਾਂ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਬਾਣੀ ਦਾ ਉਚਾਰਨ ਕੀਤਾ। ਅੰਮ੍ਰਿਤਮਈ ਬਾਣੀ ਜਪਜੀ ਸਾਹਿਬ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਦੇ ਆਪਾਂ ਬਚਨ ਪੜ੍ਹੀਏ ਤੇ ਸੱਚੇ ਪਾਤਸ਼ਾਹ ਜੀ ਸਾਡੇ ਜੀਵਨ ਦਾ ਮਨੋਰਥ ਦੱਸਦੇ ਹੈ ਕਿ ਆਪਾਂ ਸਭਨਾਂ ਨੂੰ ਇਹ ਜੀਵਨ ਕਾਹਦੇ ਵਾਸਤੇ ਪ੍ਰਾਪਤ ਹੋਇਆ ਏ। ਕਿ ਸਾਡੇ ਜੀਵਨ ਦਾ ਮਨੋਰਥ ਭੋਜਨ ਪ੍ਰਸ਼ਾਦਾ ਛਕਣਾ, ਇਸ ਤਰ੍ਹਾਂ ਸੰਸਾਰ ਦਾ ਕਾਰ ਵਿਹਾਰ ਕਰਨਾ, ਜੀਵਨ ਦਾ ਨਿਰਵਾਹ ਕਰਨਾ, ਧਨ ਦੌਲਤ ਕਮਾਉਣਾ, ਖਰਚ ਦੇਣਾ, ਇਸੇ ਵਾਸਤੇ ਹੀ ਸਾਨੂੰ ਇਹ ਜੀਵਨ ਮਿਲਿਆ ਏ। ਤਿੰਨ ਅਵਸਥਾਵਾਂ ਨੇ ਜੀਵਨ ਦੀਆਂ, ਬਚਪਨ ਆਉਂਦਾ ਏ, ਫਿਰ ਜਵਾਨੀ ਆਉਂਦੀ ਹੈ, ਫਿਰ ਬੁਢੇਪਾ ਆਉਂਦਾ ਏ ਤੇ ਆਮ ਕਰਕੇ ਮਨੁੱਖ ਇਹ ਉਮਰ ਇਸ ਤਰ੍ਹਾਂ ਹੀ ਸੰਸਾਰ ਦੇ ਵਿੱਚ ਦੁਨੀਆ ਦੇ ਰਸ ਕਸ ਭੋਗ ਕੇ, ਵਿਸ਼ੇ ਵਾਸ਼ਨਾ ਭੋਗ ਕੇ ਤੇ ਸੰਸਾਰ ਤੋਂ ਚਲਿਆ ਜਾਂਦਾ। ਪਰ ਮਹਾਰਾਜ ਕਹਿੰਦੇ ਇਹ ਜੀਵਨ ਕੇਵਲ ਇਹਨਾਂ ਕਾਰਜਾਂ ਵਾਸਤੇ ਨਹੀਂ ਮਿਲਿਆ। ਇਹ ਕਾਰਜ ਤੇ ਇਸ ਮਨੁੱਖਾ ਸਰੀਰ ਤੋਂ ਪਹਿਲਾਂ ਵੀ ਬੜੇ ਕੀਤੇ ਐ, ਪਦਾਰਥ ਵੀ ਬੜੇ ਛਕੇ ਐ, ਵਿਸ਼ੇ ਵੀ ਭੋਗੇ ਐ, ਘਰ ਬਾਰ ਵੀ ਬਣਾਏ ਐ। ਗੁਰੂ ਸਾਹਿਬ ਦੀ ਬਾਣੀ ਦੇ ਬਚਨ ਆਉਂਦੇ ਐ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਇਹੋ ਜਿਹੇ ਘਰ ਅਸੀਂ ਪਹਿਲਾਂ ਬੜੇ ਵਸਾ ਚੁੱਕੇ ਹਾਂ। ਬਹੁਤ ਵਾਰੀ ਅਸੀਂ ਮਾਂ ਪਿਤਾ ਦੀ ਜੂਨ ਵਿੱਚ ਆਏ, ਕਈਆਂ ਦੇ ਬੇਟੇ ਬਣੇ, ਕਈਆਂ ਦੇ ਧੀਆਂ ਪੁੱਤਰ ਬਣੇ। ਇਸ ਕਰਕੇ ਇਹਨਾਂ ਕਾਰਜਾਂ ਦੇ ਨਾਲ ਨਾਲ ਇੱਕ ਵਿਲੱਖਣ ਕਾਰਜ ਹੈ, ਉਹ ਇਹ ਹੈ ਕਿ ਜਿਸ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜੀਵਨ ਬਖਸ਼ਿਸ਼ ਕੀਤਾ ਏ, ਉਹ ਅਕਾਲ ਪੁਰਖ ਦੇ ਵਿੱਚ ਲੀਨ ਹੋਣਾ। ਅਸੀਂ ਸਾਰੇ ਉਸ ਪਰਮਾਤਮਾ ਦੀ ਅੰਸ਼ ਹੈ ਤੇ ਇਹ ਜੀਵਨ ਮਿਲਿਆ ਆਪਣੇ ਮੂਲ ਨੂੰ ਪਛਾਣਨ ਦੇ ਵਾਸਤੇ, ਉਸ ਪਰਮਾਤਮਾ ਦੇ ਵਿੱਚ ਲੀਨ ਹੋਣ ਵਾਸਤੇ। ਇਹ ਜੀਵਨ ਦੀ ਮਨੋਰਥ ਦਾ ਜਿਹੜਾ ਮਨੋਰਥ ਸੀ, ਉਹਦੀ ਸੋਝੀ ਸਾਨੂੰ ਸਤਿਗੁਰੂ ਮਹਾਰਾਜ ਨੇ ਬਖਸ਼ੀ ਕਿ ਇਸ ਜੀਵਨ ਦੇ ਵਿੱਚ ਤੂੰ ਸਚਿਆਰ ਬਣਨਾ ਏ। ਪਰਮਾਤਮਾ ਦੇ ਨਾਲ ਲਿਵ ਟੁੱਟਣ ਤੋਂ ਬਾਅਦ ਜਿਹੜਾ ਵਿਕਾਰਾਂ ਦਾ ਇੱਕ ਮੋਹ ਦਾ ਜਾਲ, ਕੂੜ ਦਾ ਜਾਲ ਤੇਰੇ ਅੰਦਰ ਬੁਣਿਆ ਗਿਆ ਏ, ਉਸ ਕੂੜ ਦੀ ਕੰਧ ਨੂੰ ਢਾਕ ਕੇ ਉਸ ਸਚਿਆਰ ਸੱਚੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋਣਾ ਏ। ਤੇ ਮਨੁੱਖ ਦੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਏ ਕਿ ਆਪਾਂ ਸਚਿਆਰ ਕਿਵੇਂ ਹੋਈਏ, ਕਿਵੇਂ ਸਾਡੇ ਬੰਧਨ ਟੁੱਟ ਜਾਣ, ਕਿਵੇਂ ਆਪਾਂ ਦੁੱਖਾਂ ਤੋਂ ਰਹਿਤ ਹੋ ਜਾਈਏ। ਕਿਉਂਕਿ ਜ਼ਿੰਦਗੀ ਵਿੱਚ ਹਰ ਮਨੁੱਖ ਹੀ ਆਪਣੀ ਜ਼ਿੰਦਗੀ 'ਚ ਆਨੰਦ ਚਾਹੁੰਦਾ ਹੈ, ਸੁੱਖ ਚਾਹੁੰਦਾ ਏ, ਸਹਿਜ ਚਾਹੁੰਦਾ ਏ ਤੇ ਉਹਦੇ ਵਾਸਤੇ ਬਹੁਤ ਸਾਰੇ ਯਤਨ ਵੀ ਕਰਦਾ ਏ। ਮਹਾਰਾਜ ਬਾਣੀ 'ਚ ਕਹਿੰਦੇ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਸੋ ਬੰਦਾ ਸੁੱਖ ਦੀ ਪ੍ਰਾਪਤੀ ਵਾਸਤੇ ਯਤਨ ਕਰਦਾ ਏ, ਆਨੰਦ ਦੀ ਪ੍ਰਾਪਤੀ ਦੇ ਵਾਸਤੇ ਕਈ ਤਰ੍ਹਾਂ ਦੇ ਉਦਮ ਕਰਦਾ ਏ। ਮਹਾਰਾਜ ਕਹਿੰਦੇ ਉਹ ਆਨੰਦ, ਉਹ ਸੁੱਖ ਤੈਨੂੰ ਉਦੋਂ ਮਿਲਣਾ ਏ ਜਦੋਂ ਤੂੰ ਸਚਿਆਰ ਬਣੇ, ਉਸ ਸੱਚੇ ਅਕਾਲ ਪੁਰਖ ਦੇ ਵਿੱਚ, ਵਾਹਿਗੁਰੂ ਦੇ ਵਿੱਚ ਲੀਨ ਹੋਵੇ। ਤੇ ਬੇਨਤੀ ਕੀਤੀ ਵੀ ਬੰਦਾ ਸਚਿਆਰ ਹੋਵੇ ਕਿਵੇਂ? ਉਸ ਪਰਮ ਆਨੰਦ ਅਵਸਥਾ ਨੂੰ ਜਿੱਥੇ ਬੰਦੇ ਨੂੰ ਦੁੱਖ ਸੁੱਖ ਵਿਆਪਦਾ ਹੀ ਕੋਈ ਨਹੀਂ, ਜਿੱਥੇ ਸਦਾ ਹੀ ਆਨੰਦ ਹੈ, ਉਹ ਅਵਸਥਾ ਕਿਵੇਂ ਪ੍ਰਾਪਤ ਹੋਵੇ?
ਤੇ ਇਹ ਸਵਾਲ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਅੰਦਰ ਹੀ ਕਰ ਦਿੱਤਾ ਤੇ ਉਹਦਾ ਜਵਾਬ ਵੀ ਸਾਨੂੰ ਜਪਜੀ ਸਾਹਿਬ ਦੇ ਅੰਦਰ ਬਖਸ਼ਿਸ਼ ਕੀਤਾ। ਅੰਮ੍ਰਿਤਮਈ ਬਚਨ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ। ਵੈਸੇ ਤੇ ਹਰ ਇੱਕ ਗੁਰਸਿੱਖ ਨੂੰ ਸਾਧ ਸੰਗਤ ਜੀ ਇਹ 5 ਬਾਣੀਆਂ ਪੜ੍ਹਨ ਦਾ ਹੁਕਮ ਹੈ, ਪਰ ਘੱਟੋ ਘੱਟ ਜੇ ਆਪਾਂ ਸ਼ੁਰੂਆਤ ਵੀ ਕਰਨੀ ਹੈ ਤੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਰੋਜ਼ ਜਾਪ ਕੀਤਾ ਜਾਵੇ ਜਾਂ ਉਹਨੂੰ ਗੁਰਸਿੱਖ ਸੁਣੇ। ਕਿਉਂਕਿ ਭਾਈ ਸੰਤੋਖ ਸਿੰਘ ਤੇ ਇੱਥੋਂ ਤੱਕ ਲਿਖਦੇ ਵੀ ਹਰ ਇੱਕ ਸਿੱਖ ਨੂੰ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਯਾਦ ਹੋਣਾ ਚਾਹੀਦਾ ਹੈ। ਉਹਨਾਂ ਦੇ ਬਚਨ ਨੇ, ਜੇ ਸਿੱਖ ਗੁਰੂ ਕਾ ਹੋਏ ਗਇਓ ਜਪਜੀ ਕੰਠ ਨ ਕੀਨ, ਤੋਸ ਬਿਨ ਤੰਦੁਲ ਕਿਸ ਕਾਮ ਐਸੇ ਸਿੱਖ ਕੋ ਚੀਨ। ਕਹਿੰਦੇ ਸਿੱਖ ਬਾਣੀ ਜਾਪ ਕਰੇ, ਉਹਨੂੰ ਸੁਣੇ ਵਿਚਾਰੇ ਕੰਠ ਕਰੇ। ਜੇ ਗੁਰਬਾਣੀ ਨਾਲ ਸਿੱਖ ਨਹੀਂ ਜੁੜਿਆ ਤੇ ਕਹਿੰਦੇ ਜਿਵੇਂ ਆਪਾਂ ਆ ਝੋਨਾ ਹੁਣ ਬੀਜਿਆ ਨਾ, ਵੱਢ ਰਹੇ ਆ ਤੇ ਕਹਿੰਦੇ ਝੋਨੇ ਦੇ ਵੇਖੋ ਦਾਣੇ ਲੱਗੇ ਆ ਤੇ ਜੇ ਚੌਲ ਵਿੱਚੋਂ ਕੱਢ ਦਈਏ ਤੇ ਬਾਕੀ ਮਗਰ ਤੋ ਬਚਦਾ ਏ। ਕਹਿੰਦੇ ਗੁਰਬਾਣੀ ਤੋਂ ਬਿਨਾਂ ਗੁਰਸਿੱਖ ਇਸ ਤਰ੍ਹਾਂ ਹੈ ਜਿਵੇਂ ਚੌਲ ਦਾ ਦਾਣਾ ਵਿੱਚੋਂ ਕੱਢ ਲਿਆ ਤੇ ਤੋ ਰਹਿ ਗਿਆ, ਤੇ ਤੋ ਬਿਨਾਂ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ। ਬਿਲਕੁਲ ਇਸੇ ਤਰ੍ਹਾਂ ਜੇ ਸਾਡੀ ਜ਼ਿੰਦਗੀ ਵਿੱਚ ਗੁਰੂ ਦੀ ਬਾਣੀ ਨਹੀਂ, ਵਾਹਿਗੁਰੂ ਦਾ ਨਾਮ ਨਹੀਂ, ਤੇ ਨਾਮ ਬਾਣੀ ਤੋਂ ਬਿਨਾਂ ਇਹ ਜ਼ਿੰਦਗੀ ਵੀ ਤੋ ਦੀ ਤਰ੍ਹਾਂ ਹੈ, ਇਹਦਾ ਕੋਈ ਮੁੱਲ ਨਹੀਂ ਹੈ। ਇਸ ਕਰਕੇ ਜਪਜੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਬਖਸ਼ਾਂ ਕੀਤੀਆਂ। ਮਹਾਰਾਜ ਬਚਨ ਉਚਾਰਨ ਕਰਦੇ ਹੈ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਕਿ ਜੀਵ ਸਚਿਆਰ ਕਿਵੇਂ ਹੋ ਜਾਵੇ, ਸੱਚ ਦਾ ਪਾਂਧੀ ਕਿਵੇਂ ਬਣ ਜਾਵੇ। ਤੇ ਗੁਰੂ ਜੀ ਨੇ ਕਿਰਪਾ ਕੀਤੀ ਅਗਲੇ ਬਚਨਾਂ ਵਿੱਚ ਵੀ ਸੱਚਾ ਕਿਵੇਂ ਹੋਵੇ, ਝੂਠ ਦੀ ਕੰਧ ਝੂਠ ਦੀ ਪਾਲ ਕਿਵੇਂ ਟੁੱਟੇ। ਤੇ ਮਹਾਰਾਜ ਕਹਿਣ ਲੱਗੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲੇ, ਜਿਹੜਾ ਧੁਰ ਦਰਗਾਹ ਇਹਦੇ ਨਾਲ ਲਿਖਿਆ ਏ, ਜੋ ਉਹਦਾ ਹੁਕਮ ਹੈ ਉਹਦੇ ਹੁਕਮ ਦੇ ਵਿੱਚ ਚੱਲੇ ਤੇ ਇਹਦਾ ਸਚਿਆਰ ਹੋ ਜਾਵੇਗਾ ਤੇ ਇਹਦੀ ਝੂਠ ਦੀ ਬੰਧਨਾਂ ਦੀ ਪਾਲ ਜਿਹੜੀ ਹੈ ਉਹ ਟੁੱਟ ਜਾਵੇਗੀ। ਤੇ ਆਪਾਂ ਕਹਿਣਾ ਹੈ ਕਿ ਪਰਮਾਤਮਾ ਦਾ ਹੁਕਮ ਕੀ ਹੈ, ਵਾਹਿਗੁਰੂ ਨੇ ਸਾਨੂੰ ਕੀ ਹੁਕਮ ਕੀਤਾ ਏ। ਤੇ ਸਾਧ ਸੰਗਤ ਗੁਰੂ ਕੀ ਅੰਮ੍ਰਿਤ ਬਾਣੀ ਵਿੱਚੋਂ ਸਾਨੂੰ ਇਸ ਗੱਲ ਦਾ ਨਿਰਣਾ ਹੁੰਦਾ ਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਦਾ ਹੁਕਮ ਇਹ ਸਾਰੀ ਬਾਣੀ ਹੈ। ਅਕਾਲ ਪੁਰਖ ਨੇ ਆਪਣਾ ਰੂਪ ਗੁਰੂ ਨਾਨਕ ਸਾਹਿਬ ਜੀ ਦੇ ਰੂਪ 'ਚ ਧਾਰਨ ਕੀਤਾ। 10 ਜਾਮਿਆਂ ਦੇ ਵਿੱਚ ਉਹ ਧੁਰ ਦਰਗਾਹੋਂ ਅਕਾਲ ਪੁਰਖ ਦਾ ਹੁਕਮ ਦ੍ਰਿੜ ਕਰਾਇਆ ਤੇ ਫਿਰ ਆਪਣਾ ਰੂਪ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪ੍ਰਗਟ ਕਰਕੇ ਉਹ ਅਕਾਲ ਪੁਰਖ ਦਾ ਹੁਕਮ ਦ੍ਰਿੜ ਕਰਾ ਰਹੇ ਨੇ। ਤੇ ਬਚਨ ਕੀਤੇ ਜਿਹੜਾ ਜਿਹੜਾ ਵੀ ਇਸ ਹੁਕਮ ਨੂੰ ਮੰਨਦਾ ਜਾਵੇਗਾ ਉਹਦਾ ਪਾਰ ਉਤਾਰਾ ਹੁੰਦਾ ਜਾਵੇਗਾ, ਉਹ ਸੱਚ ਦਾ ਪਾਂਧੀ ਬਣੇਗਾ, ਉਹ ਸਚਿਆਰ ਹੋ ਜਾਵੇਗਾ, ਉਹਦੇ ਦੁੱਖ ਕਲੇਸ਼ ਬੰਧਨ ਟੁੱਟ ਜਾਣਗੇ। ਸਤਿਗੁਰੂ ਮਹਾਰਾਜ ਦੇ ਬਚਨ ਨੇ, ਫੁਰਮਾਨੀ ਹੈ ਕਾਰ ਖਸਮ ਪਠਾਇਆ। ਫੁਰਮਾਨ ਕਹਿੰਦੇ ਆ ਹੁਕਮ ਨੂੰ। ਕਹਿਣ ਲੱਗੇ ਫੁਰਮਾਨੀ ਹੈ ਕਾਰ ਖਸਮ ਪਠਾਇਆ। ਪਠਾਇਆ ਦਾ ਅਰਥ ਹੁੰਦਾ ਏ ਭੇਜਣਾ। ਕਹਿੰਦੇ ਖਸਮ ਨੇ ਬੰਦੇ ਨੂੰ ਭੇਜਿਆ ਏ ਕਾਹਦੇ ਵਾਸਤੇ, ਇਹ ਪਰਮਾਤਮਾ ਦਾ ਹੁਕਮ ਕਮਾਵੇ ਆਪਣੀ ਜ਼ਿੰਦਗੀ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਚੱਲੇ, ਉਹਦੇ ਹੁਕਮ ਨੂੰ ਮੰਨੇ। ਉਹ ਹੁਕਮ ਕੀ ਹੈ, ਮਹਾਰਾਜ ਕਹਿੰਦੇ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ। ਕਹਿੰਦੇ ਕਿ ਗੁਰੂ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਰਾਜ ਦਾ ਹੁਕਮ ਸੁਣਾਉਣਾ ਹੁੰਦਾ ਸੀ ਨਾ, ਤੇ ਨਗਾਰਚੀ ਫਿਰ ਜਿਹੜਾ ਸੀ ਉਹ ਡਗਾ ਲਾ ਕੇ ਨਗਾਰੇ ਤੇ ਉਹ ਹੋਕਾ ਦਿੰਦਾ ਸੀ, ਹੁਕਮ ਸੁਣਾਉਂਦਾ ਸੀ। ਕਹਿੰਦੇ ਪਰਮਾਤਮਾ ਦਾ ਹੁਕਮ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ। ਗੁਰੂ ਸਾਹਿਬ ਨੇ ਸ਼ਬਦ ਦੇ ਰੂਪ ਦੇ ਵਿੱਚ ਸਾਰੇ ਸੰਸਾਰ ਨੂੰ ਸੁਣਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਹੁਕਮ ਨੂੰ ਸੁਣਿਆ, ਜਿਨ੍ਹਾਂ ਨੇ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਿਆ, ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਚਿਆਰ ਬਣ ਗਏ। ਉਹ ਇੱਕ ਦੋ ਨਹੀਂ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਕਹਿੰਦੇ ਮੇਰੇ ਇੱਕ ਦੀ ਕੀ ਗੱਲ,
ਕਰੋੜਾਂ ਹੀ ਅਪਰਾਧੀ ਪਾਪ ਗੁਨਾਹ ਕਰਨ ਵਾਲੇ ਤਰ ਗਏ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਵੀ ਸੁਣਿਆ, ਜਿਨ੍ਹਾਂ ਨੇ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਕਹਿੰਦੇ ਉਹ ਫਿਰ ਕਦੀ ਆਵਾ ਗਾਉਣ ਵਿੱਚ ਨਹੀਂ ਪਏ, ਗਰਭ ਵਿੱਚ ਨਹੀਂ ਪਏ, ਉਹ ਸਦਾ ਵਾਸਤੇ ਜਨਮ ਤੋਂ ਮੁਕਤ ਹੋ ਗਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਗੁਰੂ ਦਾ ਭਾਣਾ, ਗੁਰੂ ਦਾ ਹੁਕਮ ਜਿਨ੍ਹਾਂ ਨੇ ਵੀ ਕਮਾਇਆ, ਉਹਨਾਂ ਨੂੰ ਗੁਰੂ ਨੇ ਪਾਰ ਕਰ ਦਿੱਤਾ। ਕਿਉਂਕਿ ਜਿਹੜੀ ਗੁਰਬਾਣੀ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਹੈ, ਉਹ ਸੱਚੇ ਪਾਤਸ਼ਾਹ ਜੀ ਨੇ ਇਹੀ ਕਥਨ ਕੀਤੀ ਹੈ ਕਿ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਕਹਿੰਦੇ ਉਹ ਸਿੱਖ ਹੈ, ਗੁਰੂ ਕਾ ਸਖਾ ਬੰਦਪ ਹੈ, ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਏ, ਉਹ ਗੁਰੂ ਦਾ ਪਿਆਰਾ ਸਿੱਖ ਹੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਜੇ ਕੋਈ ਆਪਣੇ ਭਾਣੇ ਆਪਣੀ ਮਰਜ਼ੀ ਨਾਲ ਚੱਲਦਾ ਏ, ਉਹ ਗੁਰੂ ਤੋਂ ਵਿਛੜ ਕੇ ਚੋਟਾਂ ਖਾਂਦਾ ਏ। ਜੇ ਕੋਈ ਕਹਿ ਦਵੇ ਕਿ ਮੈਨੂੰ ਗੁਰੂ ਤੋਂ ਬੇਮੁਖ ਹੋਇਆ, ਕਿਸੇ ਪਦਾਰਥ ਵਿੱਚ ਕਿਸੇ ਤਰ੍ਹਾਂ ਜਾਂ ਹੋਰ ਕਿਸੇ ਥਾਂ ਤੋਂ ਸੁੱਖ ਮਿਲ ਜਾਵੇਗਾ, ਤੇ ਮਹਾਰਾਜ ਨੇ ਕਿਹਾ ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਪਛੋਤਾਵੈ। ਗੁਰੂ ਤੋਂ ਬਿਨਾਂ ਕਹਿੰਦੇ ਸੁੱਖ ਕਦੀ ਜ਼ਿੰਦਗੀ ਦੇ ਵਿੱਚ ਨਹੀਂ ਆ ਸਕਦਾ, ਤੇ ਗੁਰੂ ਤੋਂ ਬੇਮੁਖ ਹੋ ਕੇ ਜੀਵ ਪਛਤਾਉਂਦਾ ਏ। ਪਰ ਜਿਨ੍ਹਾਂ ਜਿਹੜੇ ਗੁਰੂ ਦੇ ਸਨਮੁਖ ਹੋਏ ਐ, ਮਹਾਰਾਜ ਕਹਿੰਦੇ ਗੁਰੂ ਨੇ ਉਹਨਾਂ ਤੇ ਕਿਰਪਾ ਕੀਤੀ, ਉਹਨਾਂ ਨੂੰ ਪਾਰ ਉਤਾਰਾ ਕਰ ਦਿੱਤਾ। ਗੁਰ ਪੂਰਾ ਪਾਰ ਲੰਘਾਏ, ਪੂਰੇ ਗੁਰੂ ਨੇ ਉਹਨਾਂ ਨੂੰ ਪਾਰ ਉਤਾਰ ਦਿੱਤਾ ਏ। ਉਹਨਾਂ ਦਾ ਇਹ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਕੀਤਾ। ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਇੰਨੀਆਂ ਕਿਰਪਾ ਕਰਦੇ ਨੇ ਉਸ ਸਿੱਖ ਦੇ ਪਰਥਾਏ। ਮਹਾਰਾਜ ਕਹਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਕਹਿੰਦੇ ਜਿਹੜਾ ਗੁਰੂ ਦੇ ਦਰ ਦੇ ਉੱਤੇ ਸੇਵਕ ਰਹਿੰਦਾ ਏ, ਉਹ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ 'ਚ ਕਮਾਵੇ। ਤੇ ਜਦੋਂ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ ਨਾ, ਜਿੰਨੀ ਗੁਰੂ ਸਾਹਿਬ ਨੇ ਸਿੱਖ ਨੂੰ ਵਡਿਆਈ ਬਖਸ਼ੀ ਹੈ, ਸਿੱਖ ਦਾ ਆਚਰਣ, ਸਿੱਖ ਦਾ ਜੀਵਨ ਕੈਸਾ ਹੋਵੇ, ਉਹ ਹਰ ਇੱਕ ਕਰਮ, ਹਰ ਗੁਣ ਸਾਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਵਿੱਚੋਂ ਮਿਲਦਾ ਹੈ। ਗੁਰਬਾਣੀ ਨੇ ਐਸੇ ਗੁਰਸਿੱਖਾਂ ਨੂੰ, ਐਸੇ ਮਹਾਂਪੁਰਖਾਂ ਨੂੰ, ਐਸੇ ਗੁਰੂ ਪਰਮੇਸ਼ਰ ਦੇ ਸੇਵਕਾਂ ਨੂੰ ਧੰਨ ਕਿਹਾ ਏ। ਤੇ ਇੱਕ ਵਾਰੀ ਨਹੀਂ, ਬੜੀ ਵਾਰੀ ਬਾਣੀ ਦੇ ਵਿੱਚ ਇਹ ਕਿਹਾ ਗਿਆ ਏ ਕਿ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪਰਵਾਨ ਗਣੀ ਸੇਈਏ ਆਏ। ਕਹਿੰਦੇ ਉਹ ਧਨ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ, ਤੇ ਉਹ ਪਰਵਾਨ ਨੇ। ਕਿਉਂਕਿ ਆਏ ਬਹੁਤ ਨੇ, ਪਰ ਪਰਵਾਨ ਸਾਰੇ ਨਹੀਂ ਹੁੰਦੇ। ਬਹੁਤ ਦੁਨੀਆ ਆ ਰਹੀ ਹੈ, ਬਹੁਤ ਆਪਾਂ ਜਾ ਰਹੇ ਹਾਂ, ਪਰ ਮਹਾਰਾਜ ਕਹਿੰਦੇ ਬੜੇ ਕੂਚ ਕਰੇ ਆਵੈ ਬਿਖ ਲਾਦੇ, ਸ਼ਬਦ ਸੱਚੇ ਗੁਰ ਮੇਰਾ। ਮਹਾਰਾਜ ਕਹਿੰਦੇ ਆਉਂਦੇ ਤੇ ਜਾਂਦੇ ਅਨੇਕਾਂ ਜੰਮ ਰਹੇ, ਅਨੇਕਾਂ ਮਰ ਰਹੇ ਹੈ, ਪਰ ਸਫਲ ਉਹੀ ਹੋਏ ਜਿਨ੍ਹਾਂ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਕੇ ਸੱਚੇ ਨਾਮ ਦੀ ਸੇਵਾ ਸਿਮਰਨ ਦੀ ਘਾਲਣਾ ਘਾਲੀ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਦਾ ਸਾਰਾ ਜੀਵਨ ਸਾਨੂੰ ਇਸ ਗੱਲ ਦੀ ਵਿਆਖਿਆ ਕਰਦਾ ਹੈ, ਬਾਣੀ ਦੀ ਵਿਆਖਿਆ ਕਰਦਾ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦਾ ਜਨਮ ਸਾਧ ਸੰਗਤ ਜੀ ਸਤਿਕਾਰਯੋਗ ਪਿਤਾ ਭਾਈ ਸੁੱਗਾ ਜੀ ਤੇ ਸਤਿਕਾਰਯੋਗ ਧੰਤਾ ਦੇ ਯੋਗ ਮਾਤਾ ਗੌਰਾਂ ਜੀ ਦੀ ਕੁੱਖ ਤੋਂ 7 ਕੱਤੇ ਨੂੰ ਕੱਥੂ ਨੰਗਲ ਦੀ ਧਰਤੀ ਤੇ 1506 ਈਸਵੀ ਦੇ ਵਿੱਚ ਸਾਧ ਸੰਗਤ ਜੀ ਹੋਇਆ। ਬਚਪਨ ਦੇ ਕੁਝ ਸਾਲ ਕੱਥੂ ਨੰਗਲ ਦੀ ਧਰਤੀ ਤੇ ਬਤੀਤ ਕਰਨ ਤੋਂ ਬਾਅਦ ਇਸ ਰਮਦਾਸ ਦੀ ਧਰਤੀ ਨੂੰ ਉਹਨਾਂ ਨੇ ਭਾਗ ਲਾਏ। ਇੱਥੇ ਆਣ ਕੇ ਖੇਤੀਬਾੜੀ ਦਾ ਕਾਰਜ ਸ਼ੁਰੂ ਕਰ ਦਿੱਤਾ। ਤੇ ਜਦੋਂ 12 ਕੁ ਸਾਲਾਂ ਦੇ ਹੋਏ ਨੇ ਤੇ ਜਗਤ ਜਲੰਦੇ ਨੂੰ ਤਾਰਦੇ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਥਾਂ ਦੇ ਉੱਤੇ ਆਏ, ਉਹਨਾਂ ਨੇ ਚਰਨ ਪਾਏ ਐ ਤੇ ਇਸ ਧਰਤੀ ਨੂੰ ਭਾਗ ਲਾ ਦਿੱਤੇ, ਹਰਿਆ ਭਰਿਆ ਕਰ ਦਿੱਤਾ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਬਾਬਾ ਬੁੱਢਾ ਸਾਹਿਬ ਜੀ ਮੱਝਾਂ ਗਾਵਾਂ ਚਾਰ ਰਹੇ ਨੇ, ਆਪਣੇ ਸਾਥੀਆਂ ਨਾਲ ਖੇਡ ਰਹੇ ਨੇ। ਇਤਿਹਾਸ ਆਪ ਜੀ ਜਾਣਦੇ ਹੋ, ਗੁਰੂ ਚਰਨਾਂ ਨਾਲ ਮੇਲ ਹੁੰਦਾ ਏ, ਦਰਸ਼ਨ ਕਰਦੇ ਆ ਤੇ ਬੇਨਤੀ ਕਰਦੇ ਆ
कि महाराज किरपा करो सानू परमेश्वर दे घर दी गल सुनाओ, जम्मण मरण दा भै मुक्त कर दिओ। महाराज कहंदे एडी छोटी उम्र दे विच रब दे घर दी गल किवें ख्याल आया? कहंदे मौत दा कोई पता नहीं किहड़े समय दे विच मौत आ जावे, की पता कदों संसार तो चल वसीए। 12 साल दी उम्र दे विच मौत दी गल साध संगत चेते आई है। महाराज इन्ना प्रसन्न होए है ਤਾਂ ਉਸ ਵੇਲੇ ਆ ਕੁੱਤਾ ਆ ਗਿਆ ਜੇ ਭਜਾਇਓ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ 12 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਮਿਲਾਪ ਹੋਇਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਏਡੀ ਮਹਾਨ ਕਿਰਪਾ ਹੋਈ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਦਰਸ਼ਨਾਂ ਤੋਂ ਬਾਅਦ ਉਹ ਸਦਾ ਵਾਸਤੇ ਗੁਰੂ ਨਾਨਕ ਜੀ ਦੇ ਹੋ ਗਏ ਨੇ। महाराज जी दे नाल मिलाप होया, सतगुरु जी ने किरपा कीती है ते भाई मरदाना जी नूं बचन कीते है कि ये बालक जेड़ा बड़ा जपी तपी होवेगा, बड़ा भगती भाव वाला होवेगा। सो सच्चे पातशाह जी दी मेहर दे सदका मान लो जिवें एक दीवे तो दीवा प्रकाश कर जांदा है ना, ते 12 साल दी उम्र दे विच बाबा बुढ़ा जी दे हिरदे विच गुरु नानक साहब जी की चरण छुप दे नाल वो अंदरों उन्हां दा दीवा गुणा दा प्रकाशमान हो गया है। तां साध संगत जी ये विचार सी, क्योंकि गुरबाणी दे विच वचन आउंदे है कि फरीदा काली धौली साहिब सदा है जे को चित करे, कि रब हर समय ही है। जदों भी आपां परमात्मा नाल जुड़दे आ, उहनूं चेते च वसाउने आ, प्रवान हो जाने आ, उहदा उमर नाल कोई संबंध नहीं। बाबा बुढ़ा साहब जी नूं मनना, उन्हां दा जन्म दिहाड़ा पहलां सानूं ये सिक्ख्या दिंदा है कि की साडे मन च ये ख्याल आया है कि ऐ मना उन्हां ते 12 साल दी उम्र च सोच लिया भी मौत पता नहीं कदों आउणी, तेरी उम्र किन्नी हो गई 10 20 50 साल 100 साल कि तू संसार तो चले जाना है। मूर्ख मन काहे करसै माणा, उठ चलना खसमे भाणा। ते कुछ भाव भगती करके गुरु नूं समर्पित होके अपना काज सवारीए। सो वो 12 साल की उम्र दे विच बाबा बुढ़ा जी गुरु नानक साहब जी नूं समर्पित होए ते सारा जीवन ही उन्हां गुरु की घालना सेवा दे विच ला दिता। जन्म साखी दे बोल आउंदे है कि इसे ही धरती दे उत्ते एक दिन बाबा बुढ़ा जी गुरु नानक साहब की सेवा दे विच लगे हुए ने ते कुदरती मझां गावां चर रहीआं सन ते किसी किसान दे खेतां नूं थोड़ा जिहा मझां गावां ने मूँह मार दिता तां उसे वेले बाबा बुढ़ा जी ने अपणियां मझां मोड़ लईआं। कहंदे इन्ने चिर नूं किसान बड़े गुस्से च आवे ते इह कि इस बालक ने मेरी फसल उजाड़ दित्ती है। पर जदों गुरु नानक साहब दे कोल आया, बाबा बुढ़ा जी डर रहे ने भी ये मैनूं झिड़केगा, ते कहंदे गुरु नानक साहब जी बख्शिश भरे बचन कहन लगे कि रे बालक तू डर ना काई, रहो आनंद सदा सुखदाई, आवे कोई न तेरे पास, धर्म राय भी तुमरो दास। महाराज कहंदे हे बालक तू डरना, तेरे कोल कोई नहीं आवेगा, धर्म राजा जिहड़ा लोकां दे कोलों लेखे जोखे मंगदा है वो भी तेरा दास बन जावेगा। सो ऐसी साध संगत जी सतगुरु महाराज जी ते किरपा जी ने किरपा की, जिमें भट्ट साहिबान बचन करते है भी जिन्हां ते गुरु मेहर करदा है वो कच वर्गे कंचन वर्गे बन जाते हैं, जिन्हां ते गुरु मेहर करदा है वो लोहे तो लाल बन जाते हैं, जिन्हां ते गुरु मेहर करदा है वो आम लकड़ तो चंदन वर्गे बन जाते हैं। ਉਹ ਕਿਰਪਾ ਗੁਰੂ ਜੀ ਨੇ ਕੀਤੀ, ਜਿਵੇਂ ਬਾਣੀ 'ਚ ਬਚਨ ਆਉਂਦੇ ਆ, ਕਛਹੁ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤ ਗੁਰਮੁਖ ਭਣਿਓ, ਲੋਇਓ ਹੋਇਓ ਲਾਲ ਨਦਰ ਸਤ ਗੁਰ ਜਦ ਧਾਰੈ, ਪਾਹਣ ਮਾਨਕ ਕਰੈ ਗਿਆਨ ਗੁਰ ਕਯੋ ਵਿਚਾਰੈ, ਕਾਠੋਂ ਸ਼੍ਰੀਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨਕੇ ਗਏ, सतगुर चरण जिन परसिया से पस प्रेत सुर नर पए। सतगुरु जी दे चरण परस के ऐसी उच्ची पदवी प्राप्त की
ਤੇ ਇਹ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਖਸ਼ਿਸ਼ਾਂ ਕੀਤੀਆਂ। ਜਦੋਂ ਮਹਾਰਾਜ ਚੌਥੀ ਉਦਾਸੀ ਕਰਨ ਚੱਲੇ ਤੇ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਨਾਲ ਜੀਣਾ ਆ। ਤੇ ਗੁਰੂ ਜੀ ਕਹਿਣ ਲੱਗੇ, ਬੁੱਢਿਆ ਤੈਥੋਂ ਕਦੇ ਓਹਲੇ ਨਾ ਹੋਸਾਂ। ਅਸੀਂ ਸੰਸਾਰ ਵਿੱਚ ਕਿਸੇ ਰੂਪ 'ਚ ਹੋਈਏ, ਕਿਸੇ ਥਾਂ ਤੇ ਹੋਈਏ, ਪਰ ਤੇਰੇ ਤੋਂ ਕਦੀ ਓਹਲੇ ਨਹੀਂ ਹੋਵਾਂਗੇ। ਤੇ ਬਿਲਕੁਲ ਇਤਿਹਾਸ ਇਸ ਗੱਲ ਦਾ ਗਵਾਹ ਏ। ਜਦੋਂ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਦੇ ਐ ਤੇ ਮਹਾਰਾਜ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਚਲੇ ਜਾਂਦੇ ਐ। ਮੈਂ ਸੰਖੇਪ ਦੇ ਵਿੱਚ ਹੀ ਇਹ ਟੂਕ ਮਾਤਰ ਆਪਾਂ ਇਤਿਹਾਸ ਵਿਚਾਰਨਾ ਏ। ਤੇ ਉਦੋਂ ਸੰਗਤਾਂ ਨੂੰ ਗੁਰੂ ਜੀ ਦੇ ਦਰਸ਼ਨ ਨਹੀਂ ਹੁੰਦੇ ਤੇ ਬਾਬਾ ਬੁੱਢਾ ਜੀ ਦੇ ਕੋਲ ਆਣ ਕੇ ਬੇਨਤੀਆਂ ਕਰਦੇ, ਮਹਾਰਾਜ ਗੁਰੂ ਜੀ ਦੇ ਦਰਸ਼ਨ ਕਰਾਵੋ। ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਕਹਿੰਦੇ, ਸਾਧ ਸੰਗਤ ਇੱਕ ਸਿੱਖ ਹੁੰਦਾ ਏ, 2 ਜਾਣੇ ਹੋਣ ਤੇ ਸਾਧ ਸੰਗਤ ਹੁੰਦੀ ਹੈ, 5 'ਚ ਪਰਮੇਸ਼ਰ ਹੁੰਦਾ ਏ। ਉਸੇ ਵੇਲੇ ਅਰਦਾਸ ਕਰਦੇ ਆ ਤੇ ਨਾਲ ਲੈ ਕੇ ਖਡੂਰ ਸਾਹਿਬ ਚਲੇ ਜਾਂਦੇ ਐ। ਮਾਈ ਵਰਾਈ ਜੀ ਦੇ ਘਰ ਪਹੁੰਚ ਜਾਂਦੇ ਐ। ਸੰਗਤਾਂ ਨੂੰ ਉੱਥੇ ਕੀਰਤਨ ਕਰ ਲਾਉਂਦੇ ਐ। ਤੇ ਜਿਸ ਕਮਰੇ 'ਚ ਗੁਰੂ ਅੰਗਦ ਸਾਹਿਬ ਮਹਾਰਾਜ ਬਿਰਾਜੇ ਹੁੰਦੇ ਐ, ਉਸ ਕਮਰੇ 'ਚ ਜਾ ਕੇ ਹੱਥ ਜੋੜ ਬੇਨਤੀ ਕਰਦੇ ਐ, ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਕਸੋ ਵੈਰ ਦਿਖਾਵੋ ਦਰਸ਼ਨ, ਕਰ ਹੈ ਸੰਗਤ ਪਾਇਨ ਪਰਸਨ। ਸੰਗਤਾਂ ਦਰਸ਼ਨ ਕਰਨਾ ਚਾਹੁੰਦੀਆਂ, ਮਹਾਰਾਜ ਦਰਸ਼ਨ ਦਿਓ। ਬਾਬਾ ਬੁੱਢਾ ਜੀ ਦੀ ਬੇਨਤੀ ਸੁਣ ਕੇ ਗੁਰੂ ਅੰਗਦ ਸਾਹਿਬ ਦਰਸ਼ਨ ਦਿੰਦੇ ਐ। ਸਾਰੀ ਸੰਗਤ ਤੇ ਕਿਰਪਾ ਕਰਦੇ ਐ। ਬਾਬਾ ਬੁੱਢਾ ਜੀ ਬੇਨਤੀ ਕਰਦੇ, ਸਾਡੇ ਤੇ ਵੀ ਕੁਝ ਕਿਰਪਾ ਕਰੋ। ਤੇ ਗੁਰੂ ਅੰਗਦ ਸਾਹਿਬ ਜੀ ਨੇ 63 ਸ਼ਲੋਕ ਉਚਾਰਨ ਕੀਤੇ ਐ, ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਉਹਨਾਂ 'ਚ ਇੱਕ ਸ਼ਲੋਕ ਉਚਾਰਿਆ, ਦੀਖਿਆ ਆਖ ਬੁਝਾਇਆ, ਸਿਵਤੀ ਸੱਚ ਸਮਿਓ, ਤਿਨ ਕੋ ਕਿਆ ਉਪਦੇਸੀਐ, ਜਿਨ ਗੁਰੂ ਨਾਨਕ ਦਿਓ। ਮਹਾਰਾਜ ਕਹਿੰਦੇ, ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਹੈ ਨਾ, ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਹੈ। ਸਾਧ ਸੰਗਤ ਜੀ, ਇਹ ਬਚਨ ਗੁਰੂ ਅੰਗਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਰੂਪ 'ਚ ਕੀਤੇ ਕਿ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਹੈ, ਉਹ ਆਪ ਅਕਾਲ ਪੁਰਖ ਨਾਰਾਇਣ ਪਰਮੇਸ਼ਰ ਰੂਪ ਹੈ, ਉਹਨਾਂ ਨੂੰ ਕਿਸੇ ਦੂਜੇ ਉਪਦੇਸ਼ ਦੀ ਲੋੜ ਨਹੀਂ। ਅੱਜ ਵੀ ਸਾਨੂੰ ਇਹ ਗੱਲ ਮਨ 'ਚ ਵਸਾਉਣੀ ਪਵੇਗੀ ਕਿ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪ੍ਰਕਾਸ਼ਮਾਨ ਹੈ। ਸਾਨੂੰ ਕਿਸੇ ਸੱਜੇ ਖੱਬੇ ਥਾਂ, ਕਿਸੇ ਮੜੀ ਮਸਾਣ, ਕਿਸੇ ਗੌਰ, ਕਿਸੇ ਹੋਰ ਥਾਂ ਤੇ ਭਟਕਣ ਦੀ ਲੋੜ ਨਹੀਂ। ਬੜਾ ਭਰਮ ਸਾਧ ਸੰਗਤ ਜੀ ਫੈਲਾਇਆ ਜਾ ਰਿਹਾ। ਆ ਇੱਕ ਹੋਰ ਨਵਾਂ ਬੜਾ ਕੰਮ ਚੱਲਿਆ ਜੇ, ਪਖੰਡ ਰਚਿਆ ਜਾ ਰਿਹਾ ਕਿ ਅਸੀਂ ਜੀ ਤੁਸੀਂ ਸਾਡੇ ਕੋਲ ਆਓ, ਫਲਾਣੇ ਥਾਂ ਤੇ ਚੱਲੋ, ਅਸੀਂ ਦੁਆ ਕਰਕੇ ਤੁਹਾਡਾ ਜਿਹੜਾ ਏ ਉਹ ਭੂਤ ਪ੍ਰੇਤ ਕੱਢ ਦੇਵਾਂਗੇ, ਤੁਹਾਡੀਆਂ ਬਿਮਾਰੀਆਂ ਦੂਰ ਕਰ ਦੇਵਾਂਗੇ, ਤੁਹਾਡੀਆਂ ਕੈਂਸਰਾਂ ਕੱਢ ਦੇਵਾਂਗੇ, ਤੁਹਾਡੀਆਂ ਪੱਥਰੀਆਂ ਕੱਢ ਦੇਵਾਂਗੇ। ਆਪ ਉਹ ਲੋਕ ਪੰਡ ਗੋਲੀਆਂ ਖਾਂਦੇ ਨੇ ਤੇ ਤੁਹਾਨੂੰ ਭਰਮ ਵਿੱਚ ਪਾਇਆ ਜਾਂਦਾ। ਪ੍ਰੀ ਪਲੈਨਡ ਤਰੀਕੇ ਦੇ ਨਾਲ ਉੱਥੇ 2-4 ਬੰਦੇ ਪਹਿਲਾਂ ਹੀ ਪੈਸੇ ਦੇ ਕੇ ਖਿਲਾਰੇ ਹੁੰਦੇ। ਉਹ ਕਹਿੰਦੇ ਜੀ ਮੇਰੀਆਂ ਪੱਥਰੀਆਂ ਨਿਕਲ ਗਈਆਂ, ਮੇਰਾ ਦੁਆ ਦੇ ਨਾਲ ਆ ਹੋ ਗਿਆ। ਸਾਧ ਸੰਗਤ ਜੀ, ਇਹਨਾਂ ਭਰਮਾਂ 'ਚ ਨਹੀਂ ਪੈਣਾ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਉਹ ਮਨੁੱਖ ਭੂਤ ਹੈ ਜਿਨਨੇ ਰੱਬ ਨੂੰ ਭੁਲਾ ਦਿੱਤਾ ਏ, ਪਰਮੇਸ਼ਰ ਨੂੰ, ਵਾਹਿਗੁਰੂ ਅਕਾਲ ਪੁਰਖ ਨੂੰ ਭੁਲਾ ਦਿੱਤਾ ਏ। ਤੇ ਜਿਹਦੇ ਹਿਰਦੇ 'ਚ ਵਾਹਿਗੁਰੂ ਵਸਿਆ ਏ, ਗੁਣ ਵਸਿਆ, ਉਹ ਬੰਦਾ ਦੇਵਤਾ ਏ। ਮਨੁੱਖ ਦੇ ਅੰਦਰ ਹੀ ਜਦੋਂ ਗੁਣ ਪ੍ਰਗਟ ਹੁੰਦੇ ਐ, ਉਹ ਭਗਵਾਨ ਬਣ ਜਾਂਦਾ ਏ, ਤੇ ਜਦੋਂ ਔਗਣ ਪ੍ਰਗਟ ਹੁੰਦੇ ਆ, ਉਹ ਹੀ ਸ਼ੈਤਾਨ ਬਣ ਜਾਂਦਾ ਏ। ਭਗਤ ਕਬੀਰ ਜੀ ਨੇ ਕਿਹਾ, ਕਬੀਰ ਜਾ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰਖੇ, ਭੂਤ ਬਸੇ ਤਿਨ ਮਾਏ। ਜਿਹੜੇ ਤੁਹਾਡੇ ਭੂਤ ਕੱਢਣ ਦੇ ਦਾਅਵੇ ਕਰਦੇ ਐ, ਸੱਚ ਜਾਣਿਓ ਖੁਦ ਵੱਡੇ ਭੂਤ ਨੇ। ਭੂਤਾਂ ਦੀ ਤਰ੍ਹਾਂ ਨੱਚਦੇ ਐ, ਟੱਪਦੇ ਐ, ਲਾਲਾ ਲਾਲਾ ਕਰਦੇ ਐ। ਉਹਨਾਂ ਭੂਤਾਂ ਪ੍ਰੇਤਾਂ ਤੋਂ ਸੁਚੇਤ ਰਹੋ। ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨਾਲ ਜੁੜੋ। ਬਾਣੀ ਨੇ ਸਾਡੇ ਮਨ ਦੇ ਵਿੱਚੋਂ, ਮਹਾਰਾਜ ਨੇ ਕਿਹਾ ਸੀ, ਇਹ 5 ਭੂਤ ਵਿਕਾਰ ਤੇਰੇ ਅੰਦਰ ਚੰਬੜੇ ਨੇ, ਤੇ ਸਾਨੂੰ ਇਹਨਾਂ ਤੋਂ ਮੁਕਤ ਕਰਕੇ ਅੰਮ੍ਰਿਤਮਈ ਜੀਵਨ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਗੁਰਸਿੱਖ ਦਾ ਗੁਰੂ ਸ਼ਬਦ ਹੈ, ਤੇ ਸ਼ਬਦ ਮਹਾਰਾਜ ਦੀ ਬਾਣੀ ਸਾਨੂੰ ਹਰ ਪੱਖ ਤੋਂ ਗਵਾਹੀ ਦਿੰਦੀ ਹੈ। ਕਈ ਤਰ੍ਹਾਂ ਦੇ ਮਾਨਸਿਕ ਰੋਗ ਨੇ, ਉਹਨਾਂ ਦਾ ਇਲਾਜ ਹੁੰਦਾ ਹੈ। ਦਵਾਈ ਲਓ,
महाराज दे उत्ते भरोसा करो, शब्द नूं विचारो ते गुरु दी सिक्ख्या हिरदे च वसाओ। तीने ताप निवार नहारा, दुख हंता सुख रास, ताको बिगड़ ना कोऊ लागै, जाकी प्रभ आगे अरदास। इस करके बाबा बुढ़ा साहब जी ने सिक्ख्या सानू बख्शी है, क्योंकि भाई गुरदास जी बाबा बुढ़ा जी दे परथाए लिखते है कि बूढ़ा बुढ़ा एक मन ध्यावै, कि बाबा बुढ़ा साहब जी ने एक मन ते एक चित हो के जो है अकाल पुरख वाहेगुरु नूं ध्याया है, उन्हां जपिया है, उन्हां सिमरिया है। इसे तरह ही साध संगत जी जदों जदों भी समा बनिया, गुरु अमरदास महाराज गुरता गद्दी ते विराजमान हुंदे है, ते उस वेले भी साध संगत जी जदों बाबा दातू जी उन्हां नूं लत मारदे है, ते वो बड़े प्रेम सहज दे विच साध संगत जी फिर जिथे अज गुरुद्वारा संत साहब इत्थे आण के बैठ जाते है। संगतां नूं गुरु जी दे दर्शन नहीं हुंदे, फिर बाबा बुढ़ा साहब जी नूं बेनती करते है, ते बाबा बुढ़ा साहब जी गुरु अमरदास महाराज की घोड़ी खोल के अरदास करके उहदे मगर मगर चलते हैं, ते वो घोड़ी उत्थे आण के खलो जाती है। उत्थे बाहर दरवाजे ते लिखिया भी जेड़ा इस दरवाजे नूं खोलेगा साडा सिख नहीं होवेगा, आए इहां दरबारै सोऊ, हम ने गुरु सिख ने सोऊ। ते सिख ते वो जेड़ा गुरु दा हुक्म मनदा है, गुर सिक्खी भाणा मन्निया। ते बाबा बुढ़ा साहब जी ने कंन नूं सन ला के ते साध संगत जी अंदर गए। बाबा बुढ़ा जी ने जाके गुरु अमरदास जी दे चरनां च बेनती की, महाराज किरपा करो संगतां नूं दर्शन उपदेश बख्शिश करके किरतार्थ करो। ते नाले दस दिता उस कंध नूं सन ला के कि भाई वो अकाल पुरख वाहेगुरु तेरे अंदर वसदा है, तू ओदी बाहर पालना कर रहा है। किसे ज्योतिषी कोल जाना है, किसे बोड़ दरखत ते लभदा फिरदा है, अपने अंदर खोज कर। जीवन विच परेशानियां तो मुक्त होना अंदर नूं सन ला। ते जदों अपने अंदर नूं शब्द नाल खोजेगा ना कि क्या गुर कहे करे हम कहाँ, कि गुरु जी की कहंदे आ ते मैं की करदा है, ते फिर महाराज कहंदे बंदे खोज दिल हर रोज, ना फिर परेशानी माए। जदों हर रोज अपने आप नूं तू अमृत वेले उठ के बाणी नाल जुड़ेगा, इशनान पान करके ते शब्द नाल अपने आप नूं खोजेगा, ते फिर तू परेशानियां विच नहीं पवेगा। सतगुरु जी ने बचन कीते, जिस जल निध कारण तुम जग आए, सो अमृत गुर पाही जियो, छोडो वेस भेख चतुराई, दुबदा ए फल नाही जियो, मन रे थिर रहो मत कत जाही जियो, बाहर ढूंढत बहुत दुख पावत, घर अमृत घट माही जियो। तेरे अंदर अमृत है, अपने अंदर नूं खोज। साध संगत बाबा बुढ़ा जी की बेनती सुन के गुरु अमरदास महाराज सच्चे पातशाह जी उस वेले बाहर आए, सारी संगत नूं दर्शन दिते, ते भाई संतोख सिंह जी ने बचन लिखे कि बाबा बुढ़ा जी ते किरपा करदियां उन्हां बचन कहे, ए सिक्खी को बोहित भारो, भवजल ते कर है निस्तारो, सिक्खी अवध ना इसते परे, नाम लैत गन बिगन सो हरै। सदा गुरु घर विच सेवावां करते रहे, बख्शिशां करते रहे। इथों तक जदों धन गुरु अर्जन देव महाराज सच्चे पातशाह जी दे गृह विखे बालक हरगोबिंद साहब जी का जन्म होया, ते गुरु जी दे मन दे विच ख्याल आया कि बालक हरगोबिंद जी जदों विद्या दे लैण दे योग होए तां इन्हां नूं किहड़ी विद्या सिखाई जावे। तां साध संगत जी विद्या कौन सिखावे। उन्हां ने अपने वड्डे भराता बाबा महादेव जी नाल विचार कीती भी साडे बालक हरगोबिंद जी हुण इन्हां नूं विद्या सिखाउणी है, ते किन्हां कोलों सिखाईए। ते बाबा महादेव जी कहन लगे ऐसे इक्को एक धन बाबा बुढ़ा साहब जी ने उन्हां नूं ये सेवा बख्शीए, वो बालक हरगोबिंद जी नूं विद्या सिखाउण। तां साध संगत जी महाराज ने बाबा बुढ़ा जी नूं अपने कोल बुलाया ते बचन कीते कि तुसी साडे बालक नूं सारियां विद्या सिखाउणियां है। तां बाबा बुढ़ा जी कहन लगे भी महाराज मैं ते आप दे दर दा घाईया सिख, मैं ये विद्या पढ़ाई बारे की जाना। गुरु अर्जन साहब महाराज जी कहन लगे कोई ऐसी विद्या नहीं है
ਜਿਹੜੀ ਤੁਹਾਨੂੰ ਨਹੀਂ ਸਫੁਰਨ, ਤੁਹਾਨੂੰ ਸਾਰੀਆਂ ਹੀ ਵਿਦਿਆ ਹੁੰਦੀਆਂ ਨੇ। ਤਾਂ ਸਾਧ ਸੰਗਤ ਜੀ, ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਸੇਵਾ ਬਖਸ਼ੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਸਾਰੀਆਂ ਵਿਦਿਆ ਸਿਖਾਈਆਂ। ਗੁਰਮੁਖੀ ਲਿਪੀ ਸਿਖਾਈ, ਉਹਦੇ ਤੋਂ ਇਲਾਵਾ ਅਰਬੀ, ਫਾਰਸੀ, ਸੰਸਕ੍ਰਿਤ ਤੇ ਹੋਰ ਕਈ ਤਰ੍ਹਾਂ ਦੀਆਂ, ਘੋੜ ਸਵਾਰੀ, ਨੇਜਾਬਾਜੀ, ਤੀਰ ਅੰਦਾਜ਼ੀ, ਇਹ ਸਾਰੀਆਂ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਜੀ ਨੂੰ ਸਿਖਾਈਆਂ। ਇਹਦਾ ਭਾਵ ਹੈ ਵੀ ਪਹਿਲਾਂ ਇਹ ਬਾਬਾ ਬੁੱਢਾ ਜੀ ਨੇ ਆਪ ਸਾਰੀਆਂ ਵਿਦਿਆ ਗ੍ਰਹਿਣ ਕੀਤੀਆਂ। ਇਸ ਕਰਕੇ ਬਾਬਾ ਬੁੱਢਾ ਜੀ ਦਾ ਜੀਵਨ ਸਾਨੂੰ ਸਾਧ ਸੰਗਤ ਜੀ ਇਹ ਵੀ ਸਿੱਖਿਆ ਦਿੰਦਾ ਏ ਕਿ ਆਪਾਂ ਸਾਰੀਆਂ ਵਿਦਿਆ ਅੱਜ ਇੱਕੋ ਹੀ ਕੰਮ ਤੇ ਜ਼ੋਰ ਲੱਗਾ ਵੀ ਸਾਨੂੰ ਅੰਗਰੇਜ਼ੀ ਬੋਲਣੀ ਆ ਜੇ। ਹੋਰ ਆਪਾਂ ਅੰਗਰੇਜ਼ੀ ਮਾੜੀ ਨਹੀਂ ਹੈ, ਸਿੱਖੀਏ ਪੜ੍ਹਨੀ, ਪਰ ਉਹਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਕੀਰਤਨ ਸਿਖਾਈਏ, ਹਾਰਮੋਨੀਅਮ, ਤਬਲਾ ਸਿਖਾਈਏ, ਕਿਉਂਕਿ ਸਾਧ ਸੰਗਤ ਜੀ ਇਹ ਮੂਲ ਹੈ। ਤੈਰਾਕੀ ਸਿਖਾਉਣੀ, ਗੱਤਕਾ ਬਾਜੀ ਸਿਖਾਉਣੀ, ਇਹ ਵਿਦਿਆ ਵੀ ਆਪਾਂ ਦੇਣੀਆਂ ਸੀ, ਇਹ ਸਾਰੀਆਂ ਭੁੱਲ ਗਏ ਆ। ਕਿਉਂਕਿ ਜਦੋਂ ਮੂਲ ਨਾਲੋਂ ਟੁੱਟਦੇ ਆ ਨਾ, ਤੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਸੀ, ਪੁਰਾਣੇ ਸਮਿਆਂ ਦੇ ਵਿੱਚ ਚੱਕੀ ਹੁੰਦੀ ਸੀ ਹੱਥਾਂ ਨਾਲ ਚੱਲਣ ਵਾਲੀ, ਉਹਦੇ ਵਿੱਚ ਦਾਣੇ ਪਾਏ ਜਾਂਦੇ ਸਨ, ਤੇ ਜਿਹੜੇ ਦਾਣੇ ਜਦੋਂ ਪੁੜੇ ਨੂੰ ਖੋਲਣਾ ਸਾਰੇ ਦਾਣਿਆਂ ਦਾ ਆਟਾ ਪੀਸਿਆ ਜਾਂਦਾ ਸੀ, ਤੇ ਕੁਝ ਕੁ ਦਾਣੇ ਜਿਹੜੇ ਧੁਰੇ ਨਾਲ ਲੱਗੇ ਹੁੰਦੇ ਸਨ ਉਹ ਬਚੇ ਰਹਿ ਜਾਂਦੇ ਸਨ। ਪੁੱਛਣਾ ਵੀ ਸਾਰੇ ਦਾਣੇ ਪੀਸੇ ਗਏ, ਇਹ ਦਾਣੇ ਕਿਉਂ ਬਚ ਗਏ? ਤੇ ਸਿਆਣਿਆਂ ਦੱਸਣਾ ਇਹ ਦਾਣੇ ਤਾਂ ਬਚ ਗਏ ਐ, ਇਹ ਆਪਣੇ ਧੁਰੇ ਨਾਲ ਜੁੜੇ ਰਹਿ ਗਏ ਐ। ਮਹਾਰਾਜ ਨੇ ਬਾਣੀ 'ਚ ਬਚਨ ਕੀਤੇ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹੇਠ, ਜੋ ਦਰ ਰਹੇ ਸੇ ਉਬਰੇ ਨਾਨਕ ਅਜਬ ਡਿੱਠ। ਮਹਾਰਾਜ ਕਹਿੰਦੇ ਜਿਵੇਂ ਧੁਰੇ ਨਾਲ ਲੱਗੇ ਦਾਣੇ ਬਚਦੇ ਆ ਨਾ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸਾਡਾ ਧੁਰਾ ਏ, ਬਾਣੀ ਸਾਡਾ ਮੂਲ ਹੈ। ਅੱਜ ਸਾਧ ਸੰਗਤ ਜੀ ਸਾਨੂੰ ਖਤਮ ਕਰਨ ਦੇ ਵਾਸਤੇ ਬੜੇ ਯਤਨ ਹੋ ਰਹੇ ਐ। ਏਜੰਸੀਆਂ, ਸਰਕਾਰਾਂ ਵੱਲੋਂ ਉਹਨਾਂ ਨੂੰ ਸਦਾ ਹੀ ਸਾਡੇ ਤੋਂ ਖਤਰਾ ਰਿਹਾ, ਸਿੱਖਾਂ ਤੋਂ। ਇਸ ਕਰਕੇ ਕਿਤੇ ਭਾਰੂ ਮਾਰੂ ਨਸ਼ਿਆਂ ਦਾ ਜਾਲ ਵਿਛਾਇਆ ਜਾ ਰਿਹਾ, ਸਮੈਕ, ਹੈਰੋਇਨ ਤੇ ਪਤਾ ਨਹੀਂ ਕੈਸੇ ਨਸ਼ੇ ਜਿਹੜੇ ਆ ਉਹਨਾਂ ਦੀ ਭਰਮਾਰ ਹੋ ਰਹੀ ਹੈ। ਕਿਤੇ ਲੱਚਰ ਗਾਇਕੀ ਜਿਹੜੀ ਹੈ ਉਹਨੂੰ ਪ੍ਰਮੋਟ ਕਰ ਕਰਕੇ ਵੀ ਸਾਡੇ ਬੱਚੇ ਗੁਰਮਤਿ ਸਿਧਾਂਤਾਂ ਨੂੰ ਟੁੱਟਣ, ਉਹਨੂੰ ਪ੍ਰਚਾਰਿਆ ਜਾ ਰਿਹਾ। ਕਿਤੇ ਆ ਕਾਲੇ ਕਾਨੂੰਨ ਪਾਸ ਕਰਕੇ ਦਿਨ ਦਿਹਾੜੇ ਜਿਹੜਾ ਇਹ ਮਹਾਰਾਜ ਨੇ ਜਿਵੇਂ ਕਿਹਾ ਸੀ, ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ ਵੀ ਰਾਜੇ ਕਸਾਈ ਬਣ ਗਏ ਆ। ਦਿਨ ਦਿਹਾੜੇ ਗੱਡੀਆਂ ਦੇ ਥੱਲੇ ਦੇ ਦੇ ਕੇ ਕਿਸਾਨਾਂ ਨੂੰ ਕਤਲ ਕੀਤਾ ਜਾ ਰਿਹਾ। ਸੋ ਇਸ ਕਰਕੇ ਐਸੇ ਲੱਖਾਂ ਯਤਨ ਕੀਤੇ ਜਾ ਰਹੇ ਆ, ਸਾਡੀ ਮਾਂ ਬੋਲੀ ਪੰਜਾਬੀ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸੁਚੇਤ ਹੋਈਏ। ਅਸੀਂ ਕਈ ਵਾਰੀ ਬਾਬਾ ਬੁੱਢਾ ਜੀ ਦੇ ਸਥਾਨ ਤੇ ਸੰਗਤਾਂ ਹੁੰਦੀਆਂ, ਵਿਆਹ ਕਾਰਜ ਹੁੰਦੇ ਆ ਨਾ, ਕਾਰਡ ਲੈ ਕੇ, ਤੇ ਆਪਾਂ ਵੇਖਦੇ ਆ ਆਪਣੇ ਵਿਆਹਾਂ ਦੇ ਕਾਰਡ ਅੰਗਰੇਜ਼ੀ 'ਚ ਛਪਾਏ ਹੁੰਦੇ। ਪੁੱਛੀਏ ਵੀ ਪੜ੍ਹ ਕੇ ਸੁਣਾਓ, ਕਹਿੰਦੇ ਅੰਗਰੇਜ਼ੀ ਨਹੀਂ ਆਉਂਦੀ। ਤੇ ਅਸੀਂ ਕਹਿੰਦੇ ਗੋਰਿਆਂ ਨੂੰ ਘੱਲਣੇ ਹੁੰਦੇ ਬਾਹਰ ਭਲਾ ਤੁਸੀਂ ਕਾਰਡ। ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਸਾਧ ਸੰਗਤ ਜੀ ਪਿਆਰ ਕਰੀਏ, ਆਪਣਾ ਹਰ ਕਾਰਜ ਮਾਂ ਬੋਲੀ ਪੰਜਾਬੀ 'ਚ ਕਰੀਏ। ਆਪਣੇ ਵਿਆਹ ਕਾਰਜ, ਆਨੰਦ ਕਾਰਜ ਜਿਹੜੇ ਹੈ ਉਹ ਗੁਰਮਤਿ ਮਰਿਆਦਾ ਦੇ ਅਨੁਸਾਰ ਸਾਦੇ ਢੰਗਾਂ ਦੇ ਨਾਲ ਕਰੀਏ, ਜੇ ਆਪਾਂ ਬਚਣਾ ਚਾਹੁੰਦੇ ਆ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਰਵਰ ਪੰਖੀ ਹੇਕੜੋ ਫਾਹੀ ਵਾਲ 50, ਇਹ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ। ਵੀ ਪੰਛੀ ਇੱਕ ਹੈ ਤੇ ਫਸਾਉਣ ਵਾਲੇ ਬੜੇ ਨੇ, ਤੇ ਐਸੇ ਸਮੇਂ ਦੇ ਵਿੱਚ ਅਸੀਂ ਤਾਂ ਹੀ ਬਚ ਸਕਦੇ ਹਾਂ ਜੇ ਇੱਕ ਸੱਚੇ ਗੁਰੂ ਦਾ ਓਟ ਆਸਰਾ ਲੈ ਕੇ ਗੁਰੂ ਦੀ ਭੈ ਭਾਵਨੀ ਵਿੱਚ ਚੱਲਦੇ ਹਾਂ। ਇਸ ਕਰਕੇ ਹਰ ਸਮੇਂ ਸਾਨੂੰ ਹਰ ਪੱਖ ਤੋਂ ਸੁਚੇਤ ਹੋਣਾ ਪਵੇਗਾ। ਆਪਣੇ ਕਾਰਜ ਸਾਈਨ ਪੰਜਾਬੀ 'ਚ ਕਰੀਏ, ਮਾਂ ਬੋਲੀ ਨਾਲ ਪਿਆਰ ਕਰੀਏ, ਕਿਉਂਕਿ ਜਿਹੜੇ ਆਪਣੀ ਭਾਸ਼ਾ ਛੱਡ ਗਏ, ਗੁਰਬਾਣੀ ਵਿੱਚ ਉਹਨਾਂ ਨੂੰ ਲਾਂਭਾ ਦਿੱਤਾ ਕਿ ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਉਹਨਾਂ ਨੂੰ ਕਿਹਾ ਕਿ ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਸੋ ਇਸ ਕਰਕੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਸਾਰੀਆਂ ਵਿਦਿਆ ਸਿੱਖ ਕੇ ਆਪਣੀ ਮਾਂ ਬੋਲੀ ਗੁਰਮਤਿ ਸਿਧਾਂਤਾਂ ਵਿੱਚ ਪਰਪੱਕ ਆਪਣੇ ਧੁਰੇ ਨਾਲ ਜੁੜਨਾ, ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀਆਂ ਵਿਦਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿਖਾਈਆਂ। ਇੱਥੋਂ ਤੱਕ ਵੀ ਜ਼ਿਕਰ ਆਉਂਦਾ ਏ ਸਾਧ ਸੰਗਤ ਜੀ, ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜੇ ਤੇ ਪਿਰਥੀਆ ਗੁਰੂ ਬਣ ਕੇ ਬੈਠ ਗਿਆ, ਲੋਕਾਂ ਕੋਲੋਂ ਧਨ ਪਦਾਰਥ ਲੈ ਲੈਂਦਾ ਤੇ ਉਹਨਾਂ ਨੂੰ ਦੂਜੇ ਪਾਸੇ ਭੇਜ ਦਿੰਦਾ।
ਤਾਂ ਉਸ ਵੇਲੇ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਆਣ ਕੇ ਫਿਰ ਪਿਪਲੀ ਸਾਹਿਬ ਵਾਲੇ ਸਥਾਨ ਤੇ ਕਿਹਾ ਕਿ ਸੰਗਤ ਜੀ ਭਟਕਣਾ ਨਹੀਂ, ਪੂਰੇ ਗੁਰੂ ਅਰਜਨ ਸਾਹਿਬ ਜੀ ਨੇ ਉਹਨਾਂ ਦੇ ਚਰਨਾਂ ਵਿੱਚ ਜੁੜ ਕੇ ਹੀ ਜੀਵਨ ਦੀ ਸਫਲਤਾ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸੁਣ ਕੇ ਮੰਨ ਕੇ ਸਾਰੇ ਭਟਕਣਾ ਛੱਡ ਕੇ ਉਹ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ, ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਆਏ। ਅੱਜ ਵੀ ਬਾਬਾ ਬੁੱਢਾ ਸਾਹਿਬ ਜੀ ਇਹ ਗੱਲ ਕਹਿ ਰਹੇ ਨੇ ਕਿ ਜਿਸ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠ ਕੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਬਣੇ, ਅੰਮ੍ਰਿਤ ਰਸਨਾ ਤੋਂ ਬਚਨ ਸੁਣਾਏ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ RAM, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ RAM। ਉਹ ਕਹਿ ਰਹੇ ਸੰਗਤ ਜੀ ਭਟਕਣਾ ਨਹੀਂ, ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਦਾ ਪੱਲਾ ਪਕੜਨਾ ਹੈ। ਐਸੇ ਧੰਨ ਬਾਬਾ ਬੁੱਢਾ ਸਾਹਿਬ ਜੀ, ਆਪਾਂ ਬਚਨ ਦੀ ਆਰੰਭਤਾ ਕੀਤੀ ਸੀ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਜਿਨ੍ਹਾਂ ਦਾ ਜੀਵਨ ਇਹ ਬਾਣੀ ਦੀ ਵਿਆਖਿਆ ਕਰਦਾ ਏ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤ ਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਾਮਨਾ ਇੱਛਾ ਤੋਂ ਰਹਿਤ ਹੋ ਗਏ ਤੇ ਗੁਰੂ ਦੇ ਵਿੱਚ ਇੱਕਮਿਕ ਹੋ ਗਏ। ਸਿੱਖ ਦੇ ਵਿੱਚ ਤੇ ਗੁਰੂ 'ਚ ਕੋਈ ਅੰਤਰ ਨਾ ਰਿਹਾ। ਮਹਾਰਾਜ ਕਹਿੰਦੇ ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦਾ ਭਾਣਾ ਹੁਕਮ ਮੰਨਿਆ ਏ, ਪੂਰਾ ਗੁਰੂ ਉਹਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਕਰਦਾ ਏ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਏ। ਐਸੇ ਗੁਰਸਿੱਖਾਂ ਦੀ ਧੂੜ ਵੀ ਪ੍ਰਾਪਤ ਹੋ ਜਾਵੇ ਤੇ ਸਾਡੇ ਜੀਵਾਂ ਦਾ ਉਧਾਰ ਕਲਿਆਣ ਹੁੰਦਾ ਹੈ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ। ਧੰਤਾ ਜੋਗੋ ਐਸੇ ਮਹਾਨ ਪਰਉਪਕਾਰੀ ਗੁਰਸਿੱਖ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦਿਆਂ ਆਪ ਗੁਰੂ ਚਰਨਾਂ 'ਚ ਜੁੜ ਬੈਠ ਕੇ ਗੁਰੂ ਕੀ ਬਾਣੀ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਕਿਰਪਾ ਕਰਨ, ਸਭਨਾਂ ਨੂੰ ਗੁਰਸਿੱਖੀ ਜੀਵਨ ਗੁਰਮਤਿ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਸਾਡੇ ਕੋਲ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ। ਆਓ ਉਹਨਾਂ ਨੂੰ ਜੀ ਆਇਆਂ ਆਖਦਿਆਂ ਸਾਰੇ ਜਾਣੇ ਜਕਾਰੇ ਦੇ ਵਿੱਚ ਉਹਨਾਂ ਦਾ ਸਵਾਗਤ ਕਰੀਏ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ, ਬਚਨ ਗੁਰੂ ਕੇ ਜਾਣ ਕੇ ਮਨ ਅੰਦਰ ਵਸਾਉਣੇ। ਪਿਆਰ ਸਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।